ਗੁਰੂ ਨਾਨਕ ਦੇਵ ਮਹਾਰਾਜ ਜੀ ਜਗਨਨਾਥਪੁਰੀ ਤੋਂ ਹੁੰਦੇ ਹੋਏ ਜਗਤ ਜਲੰਦੇ ਨੂੰ ਤਾਰਦੇ ਹੋਏ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਗਾਹਾਂ ਜਾ ਕੇ ਡੇਰਾ ਕੀਤਾ। ਜਾਂਦੇ ਹੋਏ ਰਸਤੇ ਵਿੱਚ ਅਗਾਂਹ ਜਾ ਕੇ ਇੱਕ ਵੱਡਾ ਭਿਆਨਕ ਜੰਗਲ ਆਇਆ। ਉਸ ਜੰਗਲ ਦੇ ਵਿੱਚ ਗੁਰੂ ਜੀ ਨੇ ਡੇਰਾ ਕੀਤਾ, ਉੱਥੇ ਬੈਠ ਗਏ ਤੇ ਉੱਥੇ ਕਿਵੇਂ ਬੀਤੀ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਉਹ ਕਹਾਣੀ ਦੱਸ ਰਹੇ ਹਨ, ਸੋ ਤੁਸੀਂ ਵੀ ਉਹ ਕਥਾ ਸੁਣੋ। ਜਦੋਂ ਗੁਰੂ ਬਾਬਾ ਜੀ ਬਾਲੇ ਮਰਦਾਨੇ ਨਾਲ ਉੱਥੇ ਬਿਰਾਜ ਗਏ, ਥੋੜੇ ਸਮੇਂ ਬਾਅਦ ਉੱਥੇ ਇੱਕ ਵੱਡੀ ਹਨੇਰੀ ਉੱਠੀ। ਬੜੀ ਵੱਡੀ ਭੈਦਾਇਕ ਡਰਾਉਣੀ ਗੇਰੂ ਰੰਗ ਦੇ ਲਾਲ ਰੰਗ ਵਰਗੀ ਬੜੀ ਹਨੇਰੀ ਚੱਲੀ। ਹਵਾ ਦਾ ਵੱਡਾ ਜ਼ੋਰ ਹੋ ਗਿਆ, ਬੜੀ ਜ਼ੋਰ ਦੀ ਹਵਾ ਚੱਲਣ ਲੱਗੀ। ਤੇਜ਼ ਹਵਾ ਚੱਲਣ ਕਾਰਨ ਕੰਕਰ ਧੂੜ ਉੱਡਣ ਚੱਲ ਗਈ, ਹਨੇਰਾ ਛਾ ਗਿਆ। ਜ਼ਿਆਦਾ ਜ਼ੋਰ ਨਾਲ ਹਨੇਰੀ ਚੱਲਣ ਕਾਰਨ ਕੁਝ ਦਰਖਤ ਵੀ ਜੜੋਂ ਪੁੱਟ ਕੇ ਉੱਡੇ ਜਾ ਰਹੇ ਸਨ। ਗਰਦੋ ਗੁਬਾਰ ਉੱਡਣ ਲੱਗਿਆ, ਹਨੇਰਾ ਛਾ ਗਿਆ ਚਾਰੇ ਪਾਸੇ, ਹੱਥ ਪਸਾਰਿਆ ਵੀ ਨਹੀਂ ਦਿਸਦਾ। ਜਦੋਂ ਭਾਈ ਮਰਦਾਨੇ ਨੇ ਇਹ ਸਭ ਕੁਝ ਵੇਖਿਆ ਤਾਂ ਆਪਣੇ ਦਿਲ ਵਿੱਚ ਥੋੜਾ ਡਰੇ। ਆਪਣੇ ਮੂੰਹ ਤੇ ਕੱਪੜਾ ਲੈ ਕੇ ਅਤੇ ਧਰਤੀ ਤੇ ਲੇਟ ਗਏ, ਜਿਵੇਂ ਹਨੇਰੀ ਚੱਲਣ ਵਿੱਚ ਹੁੰਦਾ। ਸਿਆਣੇ ਕਹਿੰਦੇ ਵੀ ਧਰਤੀ ਤੇ ਲੇਟ ਜਾਓ, ਹਵਾ ਨਾ ਉਡਾ ਕੇ ਲੈ ਜਾਏ। ਅਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ, ਤੁਸੀਂ ਕਿੱਥੇ ਸਾਨੂੰ ਜੰਗਲ ਵਿੱਚ ਲਿਆ ਕੇ ਬਿਠਾਇਆ ਹੈ? ਹੁਣ ਲੱਗਦਾ ਸਾਡੀ ਮੌਤ ਪੱਕੀ ਹੈ। ਅਸੀਂ ਤਾਂ ਕਬਰ ਤੇ ਕਫਨ ਤੋਂ ਬਿਨਾਂ ਵੀ ਵਾਂਝੇ ਰਹਿ ਜਾਾਂਗੇ। ਕੋਈ ਪਤਾ ਨਹੀਂ ਹਨੇਰੀ ਹਵਾ ਸਾਨੂੰ ਕਿੱਥੇ ਲਿਜਾ ਕੇ ਮਾਰੇ। ਪਰ ਗੁਰੂ ਜੀ ਅੰਤਰਜਾਮੀ ਮੁਸਕਰਾ ਕੇ ਕਹਿਣ ਲੱਗੇ ਤੇ ਧੀਰਜ ਦਿੱਤਾ, ਇਹ ਮਰਦਾਨੇ, ਤੂੰ ਭੈ ਕਿਉਂ ਕੀਤਾ ਹੈ? ਕਿਉਂ ਡਰ ਰਿਹਾ ਹੈ? ਤੇਰੇ ਨੇੜੇ ਨਹੀਂ ਕੋਈ ਆਉਂਦਾ। ਤੂੰ ਇੰਨਾ ਅਧੀਰ ਹੋ ਕੇ ਨਾ ਬੈਠ, ਮਨ ਵਿੱਚ ਧੀਰਜ ਧਾਰ। ਉਧਰੋਂ ਮਰਦਾਨਾ ਜੀ ਕਹਿਣ ਲੱਗੇ, ਹੇ ਪ੍ਰਭੂ ਜੀ ਸੁਣੋ, ਮੈਨੂੰ ਬਹੁਤ ਕੰਬਾ ਛਿੜ ਗਿਆ। ਹਵਾ ਚੱਲਣ ਨਾਲ ਮੈਨੂੰ ਠੰਡ ਲੱਗਣ ਲੱਗ ਗਈ ਹੈ। ਠੰਡ ਵੀ ਅਜਿਹੀ ਲੱਗ ਰਹੀ ਹੈ, ਇਹ ਜਿਹੀ ਠੰਡ ਪਹਿਲਾਂ ਕਦੇ ਨਹੀਂ ਲੱਗੀ ਮੈਨੂੰ। ਹੁਣ ਤਾਂ ਏਦਾਂ ਲੱਗਦਾ ਕਿ ਜੀਵਨ ਲੈਣ ਵਾਸਤੇ ਇਹ ਹਨੇਰੀ ਆਈ ਹੈ ਸਾਡੇ ਉੱਤੇ। ਮੈਨੂੰ ਇੰਝ ਲੱਗਦਾ ਜਿਵੇਂ ਹੁਣ ਮੇਰੀ ਉਮਰ ਪੂਰੀ ਹੋ ਗਈ ਹੈ। ਫਿਰ ਇੱਕ ਵੱਡਾ ਦੈਂਤ ਦੇਹ ਧਾਰ ਕੇ ਸਾਹਮਣੇ ਪ੍ਰਗਟ ਹੋਇਆ। ਸਿਰ ਉਹਦਾ ਉੱਪਰ ਨੂੰ ਕਾਫੀ ਆਕਾਸ਼ ਵੱਲ ਨੂੰ ਲੱਗਿਆ ਹੋਇਆ ਉੱਚਾ, ਪੈਰ ਜਿਵੇਂ ਪਤਾਲ ਨੂੰ ਛੂਹ ਰਹੇ ਹੋਣ, ਵੱਡੇ ਵੱਡੇ ਦੰਦ ਉਸਦੇ, ਭਿਆਨਕ ਰੂਪ। ਉਸਦੀਆਂ ਨਾਸਾਂ ਕਹਿੰਦੇ ਜਿਵੇਂ ਅੰਨੇ ਖੂਹ ਵਰਗੀਆਂ ਕਾਲੀਆਂ ਨਾਸਾਂ ਕਰਨ ਬਨੇ ਤਮਕੂਪਾ। ਜਦੋਂ ਇਸ ਤਰ੍ਹਾਂ ਦਾ ਭਿਆਨਕ ਸੀਨ ਭਾਈ ਮਰਦਾਨੇ ਨੇ ਦੇਖਿਆ ਆਪਣੇ ਮੁੱਖ ਤੋਂ ਕੱਪੜਾ ਉਤਾਰ ਕੇ, ਤਾਂ ਮਨ ਵਿੱਚ ਬੜਾ ਭੈ ਭੀਤ ਹੋਇਆ, ਡਰਿਆ ਤੇ ਕਹਿਣ ਲੱਗਿਆ, ਉਸ ਹਨੇਰੀ ਤੋਂ ਤਾਂ ਬਚ ਗਿਆ ਗੁਰੂ ਜੀ, ਹੁਣ ਲੱਗਦਾ ਇਹ ਦੈਂਤ ਸਾਨੂੰ ਖਾਣਾ ਚਾਹੁੰਦਾ। ਤਾਂ ਗੁਰੂ ਜੀ ਕਹਿਣ ਲੱਗੇ, ਇਹ ਕੁਝ ਨਹੀਂ ਮਰਦਾਨੇ, ਇਹ ਤਾਂ ਬਸ ਇੱਕ ਹਵਾ ਹੀ ਹੈ। ਇਹ ਆਪਣੇ ਨੇੜੇ ਨਹੀਂ ਆਉਂਦੀ, ਇਹ ਆਪਣੇ ਤੋਂ ਦੂਰ ਹੀ ਰਹੇਗੀ। ਤੂੰ ਬਸ ਵਾਹਿਗੁਰੂ ਕਹਿ ਕੇ ਧੀਰਜ ਧਾਰ ਅਤੇ ਇਸ ਤੋਂ ਰਤਾ ਜਨਮ ਨਾ ਡਰ। ਤਾਂ ਉਸ ਦੈਂਤ ਨੇ ਅਗਨੀ ਦਾ ਭੇਸ ਧਾਰਨ ਕਰ ਲਿਆ, ਜਿਵੇਂ ਲਾਟਾਂ ਮੱਚਦੀਆਂ ਹੋਣ, ਜਿਸ ਕਾਰਨ ਚਾਰੇ ਪਾਸੇ ਬਹੁਤ ਵੱਡਾ ਧੂੰਆਂ ਉੱਠਿਆ। ਭਾਈ ਮਰਦਾਨਾ ਜੀ ਫੇਰ ਮੂੰਹ ਢੱਕ ਕੇ ਪੈ ਗਏ ਅਤੇ ਅਜਿਹਾ ਅਚਰਜ ਵੇਖ ਕੇ ਮਨ ਵਿੱਚ ਬਹੁਤ ਭੈ ਮੰਨਿਆ। ਗੁਰੂ ਜੀ ਦੀ ਪਰਖ ਕਰਨ ਵਾਸਤੇ ਕਲਯੁਗ ਉੱਥੇ ਆਇਆ ਸੀ। ਅਗਨੀ ਭੇਖ ਨੂੰ ਛੱਡ ਕੇ ਫਿਰ ਬਹੁਤ ਵੱਡਾ ਬੱਦਲ ਬਣ ਗਿਆ, ਉੱਪਰ ਕਾਲਾ ਬੱਦਲ, ਕਾਲੀ ਘਟਾ ਜਿਵੇਂ ਕਾਲੀ ਰਾਤ ਵਾਂਗੂ ਛਾ ਗਈ। ਬਿਜਲੀਆਂ ਚਮਕਣ ਲੱਗੀਆਂ, ਬਿਜਲੀਆਂ ਇੰਝ ਚਮਕਣ ਲੱਗੀਆਂ ਜਿਵੇਂ ਮਾਨੋ ਕਿਰਪਾਨਾਂ ਚਮਕਦੀਆਂ ਹੋਣ, ਇੱਕ ਦੂਜੇ ਨਾਲ ਖਹਿੰਦੀਆਂ ਚੰਗਿਆੜੇ ਛੱਡਦੀਆਂ। ਗੜੇ ਵਰਨ ਲੱਗੇ, ਠੰਡ ਹੋ ਗਈ, ਕੱਕਰ ਹੋ ਗਿਆ ਬਹੁਤ। ਉਸ ਸਮੇਂ ਜਿਹੜੇ ਗੜੇ ਬਾਰੇ ਵੱਡੇ ਵੱਡੇ ਪੱਥਰਾਂ ਵਾਂਗ ਭਾਰੀ ਸਨ, ਪਰ ਗੁਰੂ ਜੀ ਅੰਤਰਜਾਮੀ ਧੀਰਜ ਧਾਰਨ ਕਰਕੇ ਸਮਾਧੀ ਲਾ ਕੇ ਉੱਥੇ ਹੀ ਬੈਠੇ ਸ਼ੋਭਾ ਪਾ ਰਹੇ ਹਨ। ਕੋਈ ਹਨੇਰੀ, ਕੋਈ ਤੂਫਾਨ, ਕੋਈ ਗੜੇ, ਕੋਈ ਅੱਗ ਉਹਨਾਂ ਨੂੰ ਛੂਹ ਨਹੀਂ ਸਕੀ। ਇਹ ਸਭ ਕੁਝ ਵੇਖ ਕੇ ਕਲਯੁਗ ਨੂੰ ਭਰੋਸਾ ਹੋ ਗਿਆ, ਨਿਸ਼ਚੇ ਹੋ ਗਿਆ ਕਿ ਇਹੀ ਗੁਣਾਂ ਦੀ ਖਾਨ ਪ੍ਰਭੂ ਅਵਤਾਰ ਹਨ। ਇਹ ਸਭ ਕੁਝ ਕਰਨ ਤੋਂ ਬਾਅਦ ਫਿਰ ਕਲਯੁਗ ਮਨੁੱਖ ਦਾ ਰੂਪ ਧਾਰਨ ਕਰਕੇ ਆਇਆ। ਆਪਣੇ ਮੂੰਹ ਵਿੱਚੋਂ ਬਹੁਤ ਅੱਗ ਕੱਢ ਰਿਹਾ ਸੀ। ਜਦੋਂ ਕਲਯੁਗ ਗੁਰੂ ਜੀ ਦੇ ਸਾਹਮਣੇ ਆਇਆ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਮਰਦਾਨੇ ਨੂੰ, ਮਰਦਾਨੇ ਉੱਠ ਕੇ ਤਮਾਸ਼ਾ ਵੇਖ, ਸਾਵਧਾਨ ਹੋ ਕੇ ਧੀਰਜ ਧਾਰਨ ਕਰੋ, ਮਾੜਾ ਜਿੰਨਾ ਡਰ ਵੀ ਆਪਣੇ ਦਿਲ ਵਿੱਚ ਨਾ ਵਿਚਾਰੋ। ਤਾਂ ਕਲਯੁਗ ਨੇ ਆ ਕੇ ਬੰਦਨਾ ਕੀਤੀ ਅਤੇ ਆਪਣੀ ਅਪਰਾਧ ਆਪਣੇ ਭੁੱਲ ਕਰਕੇ ਮਾਫੀ ਮੰਗੀ ਅਤੇ ਕਹਿਣ ਲੱਗਿਆ, ਮਹਾਰਾਜ, ਮੈਂ ਜਿਹੜੀ ਗਲਤੀ ਕੀਤੀ ਉਹਨੂੰ ਬਖਸ਼ ਦੇਵੋ। ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ। ਹੁਣ ਇਸ ਸਮੇਂ ਵਿੱਚ ਮੇਰੀ ਸਰਦਾਰੀ ਹੈ ਜਿਹੜੀ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਦਿੱਤੀ ਹੈ। ਕਲਯੁਗ ਕਹਿਣ ਲੱਗਿਆ, ਹੁਣ ਮੈਂ ਮਰਦ ਜੈਸੇ ਲੱਛਣ ਕਰ ਰਿਹਾ ਹਾਂ, ਕਿਉਂਕਿ ਮੈਂ ਮਰਦ ਦਾ ਭੇਸ ਧਾਰਨ ਕਰਕੇ ਆਇਆ ਹਾਂ। ਮੈਂ ਸਾਰੇ ਸ਼ੁਭ ਗੁਣ ਛੱਡ ਦਿੱਤੇ ਹਨ, ਬਸ ਦੋ ਸਵਾਦ ਵਾਲੀਆਂ ਇੰਦਰੀਆਂ ਹੀ ਬਸ ਕੀਤੀਆਂ ਹਨ, ਇੱਕ ਜੀਵ ਤੇ ਇੱਕ ਕਾਮ। ਇਹ ਦੋ ਰਸਾਂ ਦਾ ਸਵਾਦ ਲਾਇਆ ਹੈ ਮਨੁੱਖ ਨੂੰ। ਇਹਨਾਂ ਦੋਨਾਂ ਦੇ ਵਸ ਵਿੱਚ ਹੋ ਕੇ ਮਨੁੱਖ ਮਾਤਾ ਪਿਤਾ ਅਤੇ ਗੁਰੂ ਦੀ ਸ਼ਰਮ ਛੱਡ ਕੇ ਇਹਨਾਂ ਦੋਨਾਂ ਦੇ ਵਸ ਵਿੱਚ ਹੋ ਕੇ ਪ੍ਰੇਮ ਪਾ ਲੈਂਦਾ ਹੈ ਇਹਨਾਂ ਦੋਨਾਂ ਨਾਲ। ਮੇਰੀ ਮੱਤ ਇਸ ਤੋਂ ਵੀ ਉਲਟ ਹੈ। ਮੈਂ ਨਿਰਭੈ ਹੋ ਕੇ ਤੁਹਾਡੇ ਨਾਲ ਛਲ ਕੀਤਾ, ਧੋਖਾ ਕੀਤਾ, ਪਰ ਖਿਮਾ ਕਰਨਾ ਤੁਹਾਡੀ ਬਿਰਧ ਹੈ, ਤੁਹਾਡੀ ਰੀਤ ਹੈ। ਤੁਸੀਂ ਪਰਮ ਪੁਰਖ ਮਹਾਦਿਆਲੂ ਹੋ, ਇਸ ਕਰਕੇ ਮੈਨੂੰ ਬਖਸ਼ ਲਵੋ। ਇਹ ਸਭ ਕੁਝ ਸੁਣ ਕੇ ਗੁਰੂ ਨਾਨਕ ਦੇਵ ਜੀ ਬੋਲਣ ਲੱਗੇ, ਤੇਰਾ ਨਾਂ ਕੀ ਹੈ ਅਤੇ ਤੇਰਾ ਦੇਸ਼ ਕਿਹੜਾ ਹੈ? ਇੱਥੇ ਸਾਡੇ ਪਾਸ ਕਿਸ ਕੰਮ ਵਾਸਤੇ ਆਇਆ ਹੈ?
ਅਤੇ ਤੂੰ ਇਸ ਪ੍ਰਕਾਰ ਸਾਡੇ ਨਾਲ ਕਪਟ ਕਿਉਂ ਵਿਖਾਲਿਆ? ਕਲਯੁਗ ਕਹਿਣ ਲੱਗਿਆ, ਹੇ ਗੁਰੂ ਜੀ, ਤੁਹਾਡੇ ਦਰਸ਼ਨ ਕਰਨਾ ਹੀ ਮੇਰਾ ਕੰਮ ਸੀ। ਆਪ ਜੀ ਨੂੰ ਮੈਂ ਨਮਸਕਾਰ ਕਰਨ ਵਾਸਤੇ ਆਇਆ ਹਾਂ, ਪਰ ਤੁਹਾਨੂੰ ਪਰਖਣ ਵਾਸਤੇ ਮੈਂ ਇਹ ਸਭ ਕੁਝ ਦਿਖਾਇਆ ਹੈ। ਗੁਰੂ ਜੀ ਕਹਿਣ ਲੱਗੇ, ਆਪਣੇ ਲੱਛਣ ਦੱਸੋ ਕਲਯੁਗ। ਤੁਹਾਡੀ ਚਤੁਰ ਸੈਨਾ ਜਿਹੜੀ ਤੁਹਾਡੇ ਨਾਲ ਰਹਿੰਦੀ ਹੈ ਉਹ ਕਿੱਥੇ ਹੈ? ਅਤੇ ਤੇਰਾ ਰਾਜ ਕਿਸ ਪ੍ਰਕਾਰ ਦਾ ਹੈ? ਤੇਰੀ ਸਰਦਾਰੀ ਕਿਸ ਪ੍ਰਕਾਰ ਦੀ ਹੈ? ਇਹ ਵੀ ਸਾਨੂੰ ਦੱਸਣਾ ਕਰ। ਇਹ ਸੁਣ ਕੇ ਕਲਯੁਗ ਕਹਿਣ ਲੱਗਿਆ, ਮਹਾਰਾਜ, ਝੂਠ ਰੂਪੀ ਸੂਰਮੇ ਅੱਗੇ ਗਏ ਹਨ, ਜਿਨ੍ਹਾਂ ਨੇ ਚੱਲਦਿਆਂ ਵੱਡਾ ਧਵਜ ਹੱਥ ਵਿੱਚ ਫੜਿਆ ਹੋਇਆ ਹੈ। ਜਿਹੜਾ ਮੋਹ ਨਾਮ ਦਾ ਸੂਰਮਾ ਹੈ ਉਹ ਸਾਰਿਆਂ ਦਾ ਮਹਾਰਾਜਾ ਹੈ, ਉਹ ਸਭ ਤੋਂ ਵੱਡਾ ਹੈ। ਅਤੇ ਉਸ ਸੂਰਮੇ ਦੇ ਸੈਨਾਪਤੀ ਦਾ ਨਾਮ ਹਿੰਸਾ ਹੈ, ਜੋ ਬਹੁਤ ਬਲਵਾਨ ਹੈ। ਕਾਮ, ਕ੍ਰੋਧ, ਲੋਭ ਅਤੇ ਹੰਕਾਰ, ਇਹ ਸਾਰੇ ਵੱਡੇ ਯੋਧੇ ਹਨ, ਹਾਥੀਆਂ ਤੇ ਚੜੇ ਹੋਏ ਜਾ ਰਹੇ ਹਨ। ਚਤੁਰ, ਚਲਾਕ, ਨਿੰਦਿਆ ਵੱਡੀ ਧਾੜ ਵੀ ਹੈ, ਜੋ ਸਭ ਤੇ ਹਮਲਾ ਕਰਦੀ ਹੈ। ਤ੍ਰਿਸ਼ਨਾ ਅਤੇ ਹੋਰ ਯੋਧੇ ਰਥਾਂ ਉੱਤੇ ਸਵਾਰ ਹਨ। ਆਲਸੀ ਅਤੇ ਜੂਏਬਾਜ਼ ਸ਼ਰਾਬ ਪੀਂਦੇ ਹਨ। ਦੁਰਾਚਾਰ ਆਦਿ ਸਾਰੇ ਘੋੜਿਆਂ ਤੇ ਚੜੇ ਹੋਏ ਹਨ। ਮਮਤਾ, ਵਿਸ਼ੇ, ਬੇਕਾਰ, ਆਸ਼ਾ ਅਤੇ ਚੋਰੀ, ਇਹ ਸਾਰੇ ਮੇਰੇ ਸਿਪਾਹੀ ਪੈਦਲ ਹੀ ਜਾ ਰਹੇ ਹਨ। ਕਹਿਣ ਲੱਗਿਆ, ਮਹਾਰਾਜ, ਹੋਰ ਇਹਨਾਂ ਦੀ ਗਿਣਤੀ ਕੀ ਕਰਾਂ? ਇਹ ਜਿਹੜੀ ਮੇਰੀ 4 ਪ੍ਰਕਾਰ ਦੀ ਸੈਨਾ ਹੈ, ਜਿਸ ਪਾਸੇ ਵੀ ਚੜ੍ਹਦੀ ਹੈ ਦੌੜਦੀ ਹੈ, ਮਾਰ ਮਾਰ ਕੇ ਸਭ ਲੋਕਾਂ ਨੂੰ ਬੇਚੈਨ ਕਰ ਦਿੰਦੀ ਹੈ। ਇਹਨਾਂ ਅੱਗੇ ਕੋਈ ਵੀ ਟਿਕ ਨਹੀਂ ਸਕਿਆ। ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਬਚ ਸਕਦਾ ਹੈ। ਇਸ ਮੇਰੀ ਸੈਨਾ ਨੇ ਸਾਰੇ ਜਗਤ ਨੂੰ ਲੇਥੂ ਪੇਥੂ ਕੀਤਾ ਹੋਇਆ ਹੈ। ਕਿਸੇ ਵਿੱਚ ਵੀ ਧੀਰਜ ਨਹੀਂ ਦਿਸਦਾ। ਚਾਹੇ ਕੋਈ ਕਰੋੜਾਂ ਕਿਲਿਆਂ ਵਿੱਚ ਬੈਠੇ, ਚੜ ਚੜ ਕੇ ਮਾਰ ਦਿੱਤੇ ਹਨ ਮੇਰੀ ਇਸ ਸੈਨਾ ਨੇ। ਕੋਈ ਵੀ ਅੱਗੇ ਖੜਾ ਨਹੀਂ ਹੋ ਸਕਿਆ, ਸਭ ਹਾਰ ਗਏ ਹਨ। ਦੰਭ ਨਾਂ ਦਾ ਜਿਹੜਾ ਮੇਰਾ ਯੋਧਾ ਹੈ, ਉਸਨੇ ਹਿਰਦੇ ਵਿੱਚ ਕ੍ਰੋਧ ਧਾਰਨ ਕਰਕੇ ਦਿਗਵਿਜੇ ਪ੍ਰਾਪਤ ਕੀਤੀ ਹੈ, ਭਾਵ ਸਾਰੀ ਦੁਨੀਆ ਜਿੱਤ ਲਈ ਹੈ। ਇਹ ਸਾਰੀ ਆਪਣੀ ਸੈਨਾ ਆਪਣੇ ਸਹਾਇਕ ਲੈ ਕੇ ਮੈਂ ਨਾਲ ਚੜਿਆ ਹਾਂ, ਪਰ ਹੁਣ ਕੋਈ ਥਾਂ ਵੀ ਨਹੀਂ ਬਚੀ ਹੈ ਜੋ ਅਸੀਂ ਨਾ ਜਿੱਤੀ ਹੋਵੇ। ਇਸ ਪ੍ਰਕਾਰ ਦੀ ਮੇਰੀ ਸਰਦਾਰੀ ਹੈ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਇਹ ਸਿਕਦਾਰੀ ਤਿਸੇ ਖੁਆਰੀ ਚਾਕਰ ਕੇ ਡਰਨਾ, ਜਾ ਸਿਕਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਗੁਰੂ ਜੀ ਕਹਿਣ ਲੱਗੇ, ਕਲਯੁਗ ਜਿਸ ਦੇ ਪਾਸ ਸਰਦਾਰੀ ਹੁੰਦੀ ਹੈ, ਖੁਆਰ ਵੀ ਉਹੀ ਹੁੰਦਾ ਅਖੀਰ ਨੂੰ। ਨੌਕਰ ਨੂੰ ਡਰਨ ਦੀ ਕੀ ਲੋੜ ਹੈ? ਜਦ ਸਰਦਾਰਾਂ ਨੂੰ ਜੰਜੀਰਾਂ ਪੈਂਦੀਆਂ ਹਨ ਤਾਂ ਨੌਕਰ ਦੇ ਹੱਥੋਂ ਹੀ ਮਾਰਿਆ ਜਾਂਦਾ। ਗੁਰੂ ਜੀ ਕਹਿਣ ਲੱਗੇ, ਜੇ ਤੂੰ ਜੱਗ ਦਾ ਸਰਦਾਰ ਬਣਿਆ ਹੈ ਤਾਂ ਅਸੀਂ ਕਰਤਾਰ ਦੇ ਨੌਕਰ ਹਾਂ। ਜਦੋਂ ਤੂੰ ਲੇਖਾ ਦੇਵੇਂਗਾ ਤਾਂ ਸਾਡੇ ਹੱਥ ਵੱਸ ਹੋਵੇਂਗਾ। ਇਹ ਸੁਣ ਕੇ ਕਲਯੁਗ ਨੇ ਬੰਦਨਾ ਕੀਤੀ ਅਤੇ ਦੀਨ ਹੋ ਕੇ ਇਸ ਤਰ੍ਹਾਂ ਬੋਲਿਆ, ਗੁਰੂ ਜੀ, ਇਸੇ ਕਰਕੇ ਤਾਂ ਮੈਂ ਤੁਹਾਡੇ ਪਾਸ ਆਇਆ ਹਾਂ। ਤੁਸੀਂ ਪ੍ਰਭੂ ਦੇ ਅਵਤਾਰ ਹੋ। ਇਸ ਦੁਨੀਆ ਵਿੱਚ ਨਾਨਕ ਨਾਮ ਧਰਾਇਆ ਹੈ। ਤੁਹਾਡੇ ਅਤੇ ਕਰਤਾਰ ਵਿੱਚ ਕੋਈ ਭੇਦ ਨਹੀਂ ਹੈ। ਤੁਸੀਂ ਆਪ ਏਕੰਕਾਰ ਹੋ, ਦੇਵਤਿਆਂ ਦੇ ਸਵਾਮੀ ਹੋ। ਭੇਟਾ ਲੈ ਕੇ ਮੇਰੇ ਤੇ ਕਿਰਪਾ ਕਰੋ। ਮੈਂ ਬਹੁਤ ਗੁਨਾਹ ਕੀਤੇ ਹਨ, ਉਹਨਾਂ ਨੂੰ ਮਾਫ ਕਰੋ। ਕਲਯੁਗ ਭੇਟਾ ਕਿਹੜੀ ਦੇਣੀ ਚਾਹੁੰਦਾ ਗੁਰੂ ਸਾਹਿਬ ਨੂੰ? ਕਹਿੰਦਾ, ਮਹਾਰਾਜ, ਤੁਹਾਡੇ ਰਹਿਣ ਵਾਸਤੇ ਮੈਂ ਸੋਨੇ ਦੇ ਮਹਿਲ, ਜਿਨ੍ਹਾਂ ਵਿੱਚ ਸੁੰਦਰ ਰਤਨ ਜੜੇ ਹੋਏ ਹੋਣ, ਹੀਰੇ ਮੋਤੀਆਂ ਦੇ ਸੁੰਦਰ ਬੰਧਨਵਾਰ ਲਟਕ ਰਹੇ ਹੋਣ ਅਤੇ ਭਿੰਨ ਭਿੰਨ ਸੁਗੰਧਾਂ ਆ ਰਹੀਆਂ ਹੋਣ, ਭਾਵ ਸੋਨੇ, ਹੀਰੇ ਮੋਤੀਆਂ ਦਾ ਬਣਿਆ ਹੋਇਆ ਮਹਿਲ, ਬਣਿਆ ਹੋਇਆ ਘਰ, ਜਿਸ ਵਿੱਚ ਕਸਤੂਰੀ ਦਾ ਅਤੇ ਕੇਸਰ ਦਾ ਛਿੜਕਾਅ ਕੀਤਾ ਹੋਇਆ ਹੋਵੇ ਅਤੇ ਉਸ ਦੀਆਂ ਕੰਧਾਂ ਚੰਦਨ ਦੇ ਨਾਲ ਲਿਪੀਆਂ ਹੋਣ, ਚੰਦਨ ਦੀ ਲਿਪਾਈ ਕੀਤੀ ਹੋਈ ਹੋਵੇ, ਜਿਸ ਵਿੱਚ ਬੈਠਦਿਆਂ ਹੀ ਮਨ ਪ੍ਰਸੰਨ ਹੋ ਜਾਵੇ। ਇਸ ਪ੍ਰਕਾਰ ਦਾ ਸੁੰਦਰ ਘਰ ਗੁਰੂ ਜੀ ਨੂੰ ਗਿਫਟ ਕਰਨਾ ਚਾਹੁੰਦਾ ਕਲਯੁਗ। ਕਹਿਣ ਲੱਗਿਆ, ਮਹਾਰਾਜ, ਹੁਣੇ ਹੀ ਉਹਨਾਂ ਮਹਿਲਾਂ ਵਿੱਚ ਚੱਲੋ ਅਤੇ ਜਾ ਕੇ ਸੁੱਖ ਮਾਣੋ। ਜੇ ਤੁਸੀਂ ਚੱਲ ਕੇ ਨਹੀਂ ਜਾ ਸਕਦੇ ਤਾਂ ਉਹਨਾਂ ਮਹਿਲਾਂ ਨੂੰ ਹੀ ਇੱਥੇ ਬੁਲਾ ਲਿਆਉਂਦੇ ਆ। ਬਸ ਤੁਸੀਂ ਇੱਕ ਵਾਰ ਹੁਕਮ ਕਰੋ। ਹੇ ਦੀਨਾਨਾਥ, ਤੁਸੀਂ ਮੇਰੀ ਭੇਟਾ ਸਵੀਕਾਰ ਕਰੋ। ਕਲਯੁਗ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਇਸ ਤਰ੍ਹਾਂ ਜਵਾਬ ਦਿੱਤਾ, ਮੋਤੀ ਤੇ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰੀ ਕੰਗੂ ਅਗਰ ਚੰਦਨ, ਲੇਪੇ ਆਵੇ ਚਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿਤ ਨ ਆਵੇ ਨਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੁੱਛ ਦੇਖਿਆ, ਅਵਰ ਨਾਹੀ ਥਾਓ ਰਹਾਓ। ਮਹਾਰਾਜ ਕਹਿਣ ਲੱਗੇ, ਜੇ ਮੈਂ ਹੀਰੇ ਜਵਾਹਰਾਤਾਂ ਨਾਲ ਜੜੇ ਹੋਏ ਲਾਲਾਂ ਦੇ ਬਣੇ ਹੋਏ ਮਹਿਲ, ਜਿੱਥੇ ਕਸਤੂਰੀ, ਕੇਸਰ ਅਤੇ ਚੰਦਨ ਅਤੇ ਸੰਦਨ ਦੀ ਲੱਕੜੀ ਦੇ ਬਰਾਦੇ ਨਾਲ ਲਿਪੇ ਹੋਏ ਮਹਿਲ, ਜਿਹੜੇ ਮਨ ਵਿੱਚ ਤੀਬਰ ਉਮੰਗ ਪੈਦਾ ਕਰ ਦੇਣ ਵਾਲੇ ਹਨ, ਲੈ ਵੀ ਲਵਾਂ, ਪਰ ਕਿਤੇ ਐਸਾ ਨਾ ਹੋਵੇ ਕਿ ਇਹਨਾਂ ਨੂੰ ਵੇਖ ਕੇ ਮੈਂ ਕੁਰਾਹੇ ਪੈ ਜਾਵਾਂ। ਇਹ ਵਾਹਿਗੁਰੂ, ਮੈਂ ਤੈਨੂੰ ਭੁੱਲ ਜਾਵਾਂ ਤੇ ਤੇਰਾ ਨਾਮ ਮੇਰੇ ਅੰਦਰ ਪ੍ਰਵੇਸ਼ ਨਾ ਕਰੇ। ਵਾਹਿਗੁਰੂ ਤੋਂ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ, ਹੋਰ ਕੋਈ ਥਾਂ ਨਹੀਂ ਹੈ। ਗੁਰੂ ਜੀ ਕਹਿਣ ਲੱਗੇ, ਕਲਯੁਗ, ਇਹ ਤੇਰੀ ਭੇਟਾ ਸਾਨੂੰ ਸਵੀਕਾਰ ਨਹੀਂ ਹੈ, ਇਸ ਨਾਲ ਅਸੀਂ ਕੁਰਾਹੇ ਪੈ ਜਾਵਾਂਗੇ। ਤਾਂ ਕਲਯੁਗ ਫੇਰ ਕਹਿਣ ਲੱਗਿਆ, ਠੀਕ ਹੈ ਮਹਾਰਾਜ, ਜੇ ਤੁਸੀਂ ਇਹ ਭੇਟਾ ਸਵੀਕਾਰ ਨਹੀਂ ਕਰਨੀ ਤਾਂ ਤੁਸੀਂ ਹੋਰ ਦੱਸੋ, ਹੋਰ ਕੀ ਲੈਣਾ ਚਾਹੁੰਦੇ ਹੋ? ਜੇ ਚਾਹੋ ਤਾਂ ਸਾਰੀਆਂ ਦੇਵਤਿਆਂ ਦੀਆਂ ਅਪਸਰਾਵਾਂ ਲੈ ਲਵੋ। ਉਹ ਅਪਸਰਾਵਾਂ ਜਿਨ੍ਹਾਂ ਦੀਆਂ ਸੁੰਦਰ ਸ਼ਕਲਾਂ ਹਨ, ਅਤੀ ਸੁੰਦਰ ਸਰੀਰ ਹਨ, ਉਹਨਾਂ ਨਾਲ ਰਹਿ ਕੇ ਸੁੱਖ ਮਾਣੋ। ਜਿੱਥੇ ਸੁੰਦਰ ਪਲੰਘ ਵਿਛੇ ਹੋਏ ਹਨ, ਸੁੰਦਰ ਲਾਲਾਂ ਨਾਲ ਜੜੇ ਹੋਏ
ਪਲੰਘ ਹਨ। ਜਿੰਨਾ ਸਮਾਂ ਤੁਹਾਡਾ ਦਿਲ ਕਰੇ ਉਨਾ ਸਮਾਂ ਤੁਸੀਂ ਉੱਥੇ ਰਹੋ। ਹੇ ਗੁਣਾਂ ਦੀ ਖਾਨ, ਮੇਰੀ ਇਹ ਭੇਟਾ ਸਵੀਕਾਰ ਕਰੋ। ਕਲਯੁਗ ਇਸ ਤਰ੍ਹਾਂ ਬੇਨਤੀ ਕਰਨ ਲੱਗਿਆ। ਇਹ ਸੁਣ ਕੇ ਗੁਰੂ ਜੀ ਨੇ ਫਿਰ ਉਸ ਨੂੰ ਮਨਾ ਕਰ ਦਿੱਤਾ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਗੁਰੂ ਜੀ ਕਹਿਣ ਲੱਗੇ, ਭਾਵੇਂ ਫਰਸ਼ ਰਤਨਾਂ ਤੇ ਹੀਰਿਆਂ ਨਾਲ ਪੂਰਾ ਜੜੇ ਹੋਣ, ਪਲੰਘ ਪੰਨਿਆਂ ਨਾਲ ਸਬਜ਼ੀਆਂ ਨਾਲ ਮੜਿਆ ਹੋਵੇ ਅਤੇ ਮਾਣਕ ਆਦਿ ਨਾਲ ਸਜੇ ਹੋਏ ਚਿਹਰੇ ਦਿਖਾਉਣ ਵਾਲੀਆਂ ਹੂਰਾਂ ਪਰੀਆਂ ਦਿਲ ਖਿੱਚਵੇਂ ਇਸ਼ਾਰਿਆਂ ਨਾਲ ਮੈਨੂੰ ਪਲੰਘ ਉੱਤੇ ਬਿਠਾਉਣ, ਕਿਤੇ ਐਸਾ ਨਾ ਹੋਵੇ ਕਿ ਉਹਨਾਂ ਨੂੰ ਵੇਖ ਕੇ ਮੈਂ ਰਾਹ ਭੁੱਲ ਜਾਵਾਂ ਅਤੇ ਹੇ ਪ੍ਰਭੂ ਤੈਨੂੰ ਵਿਸਰ ਜਾਵਾਂ, ਤੇਰੇ ਨਾਮ ਦਾ ਸਿਮਰਨ ਨਾ ਕਰਾਂ। ਗੁਰੂ ਜੀ ਨੇ ਇਹ ਵੀ ਕਲਯੁਗ ਨੂੰ ਮਨਾ ਕਰ ਦਿੱਤਾ। ਬਾਅਦ ਵਿੱਚ ਫਿਰ ਕਲਯੁਗ ਬੋਲਿਆ ਕਿ ਹੇ ਗੁਰੂ ਜੀ, ਕਿਰਪਾ ਨਿਧਾਨ, ਜੇ ਤੁਹਾਨੂੰ ਇਹਨਾਂ ਦੀ ਚਾਹਤ ਨਹੀਂ ਹੈ ਤਾਂ ਚਾਹੇ 9 ਨਿਧੀਆਂ ਅਤੇ 18 ਸਿੱਧੀਆਂ ਲੈ ਲਵੋ। 18 ਸਿੱਧੀਆਂ ਚਾਹੇ ਗੁਪਤ ਹਨ ਚਾਹੇ ਪ੍ਰਗਟ ਹਨ। ਜਿੱਥੇ ਤੁਹਾਡਾ ਦਿਲ ਕਰੇ ਉੱਥੇ ਤੁਸੀਂ ਸੁਖੀ ਸੁਖੀ ਘੁੰਮੋ ਫਿਰੋ, ਆਨੰਦ ਮਾਣੋ, ਤੁਹਾਨੂੰ ਕੋਈ ਨਹੀਂ ਰੋਕੇਗਾ। ਸਭ ਲੋਕ ਤੁਹਾਡੇ ਕੋਲੋਂ ਡਰਨਗੇ ਅਤੇ ਚਿੱਤ ਲਾ ਕੇ ਤੁਹਾਡੇ ਚਰਨਾਂ ਦੀ ਪੂਜਾ ਕਰਨਗੇ। ਕਿਰਪਾ ਕਰਕੇ ਮੇਰੀ ਇਹ ਭੇਟ ਸਵੀਕਾਰ ਕਰੋ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਗੁਰੂ ਜੀ ਨੇ ਇਹ ਬਚਨ ਕੀਤਾ, ਸਿੱਧ ਹੋਵਾ ਸਿੱਧੇ ਲਾਈ, ਰਿਦੇ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੇ ਭਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੇ ਨਾਓ। ਮਹਾਰਾਜ ਕਹਿਣ ਲੱਗੇ, ਜੇ ਮੈਂ ਸਿੱਧ ਬਣ ਕੇ ਕਰਾਮਾਤਾਂ ਕਰਾਂ ਅਤੇ ਧਨ ਸੰਪਦਾ ਵਗੈਰਾ ਨੂੰ ਹੁਕਮ ਦੇ ਕੇ ਸੱਦ ਲਵਾਂ, ਜੇ ਮੈਂ ਮਰਜ਼ੀ ਨਾਲ ਅਲੋਪ ਹੋ ਜਾਵਾਂ ਅਤੇ ਪ੍ਰਗਟ ਹੋ ਜਾਵਾਂ, ਜੇਕਰ ਇਹਨਾਂ ਕੰਮਾਂ ਕਰਕੇ ਜਨਤਾ ਲੋਕ ਮੇਰਾ ਆਦਰ ਮਾਣ ਅਤੇ ਸਤਿਕਾਰ ਕਰਨਗੇ, ਤਾਂ ਕਿਤੇ ਐਸਾ ਨਾ ਹੋਵੇ ਕਲਯੁਗ ਕਿ ਮੈਂ ਉਹਨਾਂ ਨੂੰ ਤੱਕ ਕੇ ਵਾਹਿਗੁਰੂ ਨੂੰ ਭੁੱਲ ਜਾਵਾਂ ਅਤੇ ਉਸਦੇ ਨਾਮ ਦਾ ਸਿਮਰਨ ਹੀ ਨਾ ਕਰਾਂ। ਇੰਨਾ ਸੁਣ ਕੇ ਕਲਯੁਗ ਕਾਫੀ ਉਦਾਸ ਹੋ ਗਿਆ। ਥੋੜਾ ਚਿਰ ਰੁਕ ਕੇ ਸੋਚ ਕੇ ਫਿਰ ਕਹਿਣ ਲੱਗਿਆ, ਮਹਾਰਾਜ, ਜੇ ਤੁਸੀਂ ਇਹ ਸਭ ਕੁਝ ਨਹੀਂ ਚਾਹੁੰਦੇ ਤਾਂ ਇੱਕ ਕੰਮ ਕਰੋ, ਮੇਰੇ ਕੋਲੋਂ ਤੁਸੀਂ ਜਗਤ ਦੀ ਬਾਦਸ਼ਾਹੀ ਲੈ ਲਵੋ, ਆਪਣੇ ਮਨ ਭਾਉਂਦੇ ਹੁਕਮ ਚਲਾਓ ਅਤੇ ਆਪਣੇ ਚਰਨ ਸਿੰਘਾਸਣ ਤੇ ਰੱਖੋ। ਇਸ ਤਰ੍ਹਾਂ ਨਾਲ ਤੁਸੀਂ ਸੋਭਾ ਪਾਓ। ਜਦੋਂ ਤੁਸੀਂ ਤਖਤ ਤੇ ਬੈਠੋਗੇ ਤਾਂ ਸਾਰਾ ਜਗਤ ਤੁਹਾਡੀ ਈਨ ਮੰਨੇਗਾ, ਤੁਹਾਡਾ ਹੁਕਮ ਮੰਨੇਗਾ। ਜਿੱਧਰ ਨੂੰ ਦਿਲ ਚਾਹੁੰਦਾ ਹੈ ਉਧਰ ਨੂੰ ਬੇਅੰਤ ਸੈਨਾ ਨਾਲ ਲੈ ਕੇ ਆਪਣਾ ਮਹਾਨ ਪ੍ਰਤਾਪ ਬਣਾਓ, ਮਹਾਨ ਰਾਜ ਫੈਲਾਓ। ਹੱਥ ਜੋੜ ਕੇ ਕਲਯੁਗ ਕਹਿਣ ਲੱਗਿਆ, ਹੇ ਮਾਲਕ, ਹੇ ਗੁਰੂ ਨਾਨਕ ਦੇਵ ਜੀ, ਹੁਣ ਇਹ ਮੇਰੀ ਭੇਟਾ ਲੈ ਕੇ ਮੈਨੂੰ ਕਿਰਤਾਰਥ ਕਰੋ, ਮੈਨੂੰ ਖੁਸ਼ ਕਰੋ, ਮੇਰੇ ਮਨ ਨੂੰ ਤਸੱਲੀ ਦੇਵੋ। ਕਲਯੁਗ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਫਿਰ ਅਗਲੀ ਪੌੜੀ ਵਿੱਚ ਬਿਆਨ ਕੀਤਾ, ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਖਾ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਬਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਮਹਾਰਾਜ ਕਹਿਣ ਲੱਗੇ, ਕਲਯੁਗ, ਜੇ ਮੈਂ ਵੱਡਾ ਰਾਜਾ ਬਣ ਵੀ ਜਾਵਾਂ, ਭਾਰੀ ਸੈਨਾ ਇਕੱਠੀ ਕਰ ਲਵਾਂ ਅਤੇ ਰਾਜ ਸਿੰਘਾਸਣ ਉੱਤੇ ਬੈਠ ਕੇ ਆਪਣੇ ਪੈਰ ਟਿਕਾ ਲਵਾਂ ਅਤੇ ਬੈਠ ਕੇ ਹੁਕਮ ਜਾਰੀ ਕਰਾਂ ਅਤੇ ਮਾਲੀਆਂ ਉਗਰਾਹਾਂ ਘਰ ਇਕੱਠਾ ਕਰਾਂ, ਤਾਂ ਗੁਰੂ ਜੀ ਕਹਿੰਦੇ, ਕਲਯੁਗ, ਚਿੱਤ ਵਿੱਚ ਇਹ ਗੱਲ ਸਮਝ ਲੈ, ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ। ਕਿਤੇ ਐਸਾ ਨਾ ਹੋਵੇ ਕਿ ਉਹਨਾਂ ਨੂੰ ਤੱਕ ਕੇ ਮੈਂ ਆਪਾਂ ਭੁੱਲ ਜਾਵਾਂ ਅਤੇ ਉਸ ਵਾਹਿਗੁਰੂ ਨੂੰ, ਉਸ ਕਰਤਾਰ ਨੂੰ ਵਿਸਰ ਜਾਵਾਂ ਅਤੇ ਉਸ ਦੇ ਨਾਮ ਦਾ ਸਿਮਰਨ ਛੱਡ ਦੇਵਾਂ। ਗੁਰੂ ਜੀ ਦਾ ਐਸਾ ਜਵਾਬ ਸੁਣ ਕੇ ਕਲਯੁਗ ਹੱਥ ਜੋੜ ਕੇ ਬੜਾ ਦੀਨ ਹੋ ਕੇ ਬੋਲਿਆ। ਕਹਿਣ ਲੱਗਿਆ, ਗੁਰੂ ਜੀ, ਮੈਂ ਜਾਣ ਲਿਆ ਹੈ ਤੁਸੀਂ ਹਰ ਤਰ੍ਹਾਂ ਨਾਲ ਨਿਪੁੰਨ ਹੋ। ਤੁਸੀਂ ਮੇਰੇ ਸਮੇਂ ਵਿੱਚ ਅਵਤਾਰ ਲਿਆ ਹੈ। ਮਨੁੱਖਾਂ ਦਾ ਉਧਾਰ ਕਰਨ ਵਾਸਤੇ ਤੁਸੀਂ ਮਨੁੱਖਾ ਜਾਮਾ ਧਾਰਨ ਕੀਤਾ ਹੈ। ਹੁਣ ਮੈਂ ਆਪ ਦੇ ਚਰਨਾਂ ਪਾਸ ਆ ਕੇ ਮਿਲਿਆ ਹਾਂ। ਇਹ ਸੁੱਖਾਂ ਦੀ ਰਾਸ ਗੁਰੂ ਜੀ, ਮੇਰਾ ਇਹ ਮੇਲ ਨਿਸਫਲ ਕਿਉਂ ਹੋਵੇ? ਮੇਰੇ ਕੋਲ ਕੋਈ ਤਾਂ ਭੇਟਾ ਲੈ ਲਵੋ। ਤੁਸੀਂ ਮੇਰੀ ਮਨਸਾ, ਮੇਰੇ ਦਿਲ ਦੀ ਤਮੰਨਾ ਪੂਰਨ ਨਹੀਂ ਕੀਤੀ। ਮੇਰੇ ਪਾਸੋਂ ਕੋਈ ਭੇਟਾ ਸਵੀਕਾਰ ਨਹੀਂ ਕੀਤੀ ਤੁਸਾਂ ਨੇ। ਜੇਕਰ ਤੁਸੀਂ ਕੋਈ ਭੇਟ ਸਵੀਕਾਰ ਨਹੀਂ ਕਰੋਗੇ ਤਾਂ ਮੈਂ ਦਿਲ ਵਿੱਚ ਇਹੀ ਸਮਝਾਂਗਾ ਕਿ ਤੁਹਾਡੀ ਕਿਰਪਾ ਮੇਰੇ ਤੇ ਨਹੀਂ ਹੋਈ। ਇਸ ਨਾਲ ਮੇਰਾ ਮਨ ਬੜਾ ਦੁਖੀ ਹੋਵੇਗਾ। ਮੈਂ ਤਾਂ ਬਸ ਆਪ ਜੀ ਦੀ ਕਿਰਪਾ ਚਾਹੁੰਦਾ ਹਾਂ। ਕਲਯੁਗ ਦੇ ਬੜੇ ਆਤੁਰ ਬੋਲ, ਨਿਮਾਣੇ ਬੋਲ ਸੁਣ ਕੇ ਕਿਰਪਾ ਧਾਰ ਦਿਆਲੂ ਸਤਿਗੁਰੂ ਜੀ ਬੋਲੇ, ਕਲਯੁਗ, ਜੇ ਤੇਰੀ ਭੇਟਾ ਦੇਣ ਦੀ ਤਮੰਨਾ ਹੈ, ਭੇਟਾ ਦੇਣ ਦੀ ਇੱਛਾ ਹੈ, ਤਾਂ ਸਾਨੂੰ ਇਸ ਪ੍ਰਕਾਰ ਦੀ ਭੇਟਾ ਚਾਹੀਦੀ ਹੈ। ਸੁਣੋ, ਜੇਕਰ ਦੇ ਸਕਦੇ ਹੋ ਤਾਂ ਦੇਵੋ। ਕਲਯੁਗ ਕਹਿੰਦਾ, ਜੀ ਦੱਸੋ ਮਹਾਰਾਜ। ਗੁਰੂ ਜੀ ਕਹਿਣ ਲੱਗੇ, ਜਿਹੜੇ ਸਾਡੇ ਹਿਤਕਾਰੀ ਸਿੱਖ ਹਨ, ਜਿਹੜੇ ਸਾਨੂੰ ਮੰਨਣ ਵਾਲੇ ਹਨ, ਜਿਨ੍ਹਾਂ ਉੱਤੇ ਸਾਡੀ ਛਤਰ ਛਾਇਆ ਹੈ, ਉਹਨਾਂ ਉੱਤੇ ਤੁਹਾਡੀ ਇਹ ਵਿਸ਼ਾਲ ਸੈਨਾ ਚੜ੍ਹਾਈ ਨਹੀਂ ਕਰਨੀ ਚਾਹੀਦੀ। ਨਾਮਦਾਨ ਅਤੇ ਇਸ਼ਨਾਨ ਜੋ ਸਾਰੇ ਹਨ, ਸਾਡੇ ਸਿੱਖਾਂ ਤੋਂ ਕਦੇ ਵੀ ਵਿਸਰਨੇ ਨਹੀਂ ਚਾਹੀਦੇ। ਮਹਾਰਾਜ ਕਹਿੰਦੇ, ਜਿਹੜੇ ਮੇਰੇ ਪ੍ਰੇਮੀਆਂ ਨੂੰ, ਮੇਰੇ ਸਿੱਖਾਂ ਨੂੰ ਮੇਰੇ ਉੱਤੇ ਵਿਸ਼ਵਾਸ ਹੈ, ਤੇਰੀ ਛਾਇਆ ਉਹਨਾਂ ਤੇ ਨਹੀਂ ਪੈਣੀ ਚਾਹੀਦੀ। ਉਹਨਾਂ ਦੇ ਮਨ ਦੇ ਉੱਤੇ ਤੇਰੇ ਵਰਤਾਰੇ ਦਾ ਅਸਰ ਨਹੀਂ ਹੋਣਾ ਚਾਹੀਦਾ। ਜੇ ਤੂੰ ਮੈਨੂੰ ਭੇਟਾ ਦੇਣੀ ਚਾਹੁੰਦਾ ਹੈ ਤਾਂ ਇਸ ਪ੍ਰਕਾਰ ਦੀ ਭੇਟਾ ਦੇ। ਤੂੰ ਮੇਰੀ ਸੰਗਤ ਨੂੰ ਦੁਖੀ ਨਾ ਕਰੀਂ।
ਗੁਰੂ ਜੀ ਦੀ ਇਹ ਗੱਲ ਸੁਣ ਕੇ ਕਲਯੁਗ ਹੱਥ ਜੋੜ ਕੇ ਕਹਿਣ ਲੱਗਿਆ, ਬੋਲਿਆ, ਮਹਾਰਾਜ, ਹੇ ਪ੍ਰਭੂ ਜੀ, ਮੈਂ ਤੁਹਾਡੇ ਦੋਵੇਂ ਚਰਨ ਪੂਜ ਕੇ ਕਹਿੰਦਾ ਹਾਂ, ਤੁਹਾਡੀ ਆਗਿਆ ਮੇਰੇ ਸਿਰ ਮੱਥੇ ਤੇ ਹੈ, ਤੁਹਾਡੀ ਆਗਿਆ ਤਾਂ ਮੈਂ ਕਦੇ ਮੋੜ ਹੀ ਨਹੀਂ ਸਕਦਾ। ਇਹ ਏਕ ਓੰਕਾਰ, ਜਿਹੜੀ ਵੀ ਆਗਿਆ ਤੁਸੀਂ ਮੈਨੂੰ ਸੁਣਾ ਕੇ ਕਹੋਗੇ ਮੈਂ ਉਸ ਦਾ ਜ਼ਰੂਰ ਪਾਲਣ ਕਰਾਂਗਾ। ਜੇ ਕਹੋਗੇ ਤਾਂ ਉਹਨਾਂ ਸਾਰਿਆਂ ਦੀ ਬੁੱਧੀ ਉਲਟ ਕਰਕੇ ਕੁਕਰਮ ਚਲਾ ਦੇਵਾਂਗਾ। ਜੇ ਤੁਸੀਂ ਚਾਹੁੰਦੇ ਹੋ ਕਿ ਮੇਰੀ ਛਾਇਆ ਦਾ ਉਹਨਾਂ ਉੱਤੇ ਅਸਰ ਨਾ ਹੋਵੇ, ਉਹਨਾਂ ਦੇ ਮਨਾਂ ਤੇ ਪ੍ਰਭਾਵ ਨਾ ਪਵੇ ਮੇਰਾ, ਤਾਂ ਐਵੇਂ ਹੀ ਹੋਏਗਾ। ਤੁਹਾਡੀ ਆਗਿਆ ਮੈਂ ਮੋੜ ਨਹੀਂ ਸਕਦਾ। ਕਲਯੁਗ ਕਹਿਣ ਲੱਗਿਆ, ਮਹਾਰਾਜ, ਤੁਹਾਡੀ ਆਗਿਆ ਮੰਨ ਕੇ ਤੁਹਾਡੇ ਸਿੱਖਾਂ ਉੱਤੇ ਮੇਰਾ ਕੋਈ ਅਸਰ ਨਹੀਂ ਹੋਵੇਗਾ। ਨਹੀਂ ਤਾਂ ਮੇਰੇ ਰਾਜ ਵਿੱਚ ਚੋਰੀ, ਜਾਰੀ, ਨਿੰਦਾ, ਝੂਠ, ਲੋਭ, ਤ੍ਰਿਸ਼ਨਾ, ਇਹਨਾਂ ਸਾਰਿਆਂ ਵਿੱਚ ਇਨਸਾਨ ਲਿਪਟ ਚੁੱਕਿਆ, ਲਪੰਟ ਹੋ ਚੁੱਕੇ ਹਨ। ਲੁਟੇਰੇ ਨੇ ਜਿਹੜੇ, ਉਹ ਆਪਣੇ ਆਪ ਨੂੰ ਬਹੁਤ ਸੂਰਮੇ ਕਹਾਉਂਦੇ ਨੇ। ਜਿਹੜੇ ਚੁਗਲਖੋਰ ਨੇ ਉਹ ਬਹੁਤ ਆਦਰ ਪਾਉਂਦੇ ਨੇ ਮੇਰੇ ਰਾਜ ਵਿੱਚ। ਜਿਹੜੇ ਬਹੁਤ ਬੋਲਦੇ ਹਨ ਉਹ ਆਪਣੇ ਆਪ ਨੂੰ ਗੁਣੀ ਕਹਾਉਂਦੇ ਨੇ। ਜਿਹੜੇ ਸੱਚ ਕਹਿੰਦੇ ਹਨ ਉਹਨਾਂ ਨੂੰ ਮੂਰਖ ਕਿਹਾ ਜਾਂਦਾ ਹੈ ਮਹਾਰਾਜ ਮੇਰੇ ਰਾਜ ਵਿੱਚ। ਜਿਹੜੇ ਗੁਣਵਾਨ ਹਨ ਉਹਨਾਂ ਦਾ ਨਿਰਾਦਰ ਹੁੰਦਾ ਹੈ। ਰਾਜੇ ਲਾਗੇ ਜੋ ਬੈਠਦੇ ਹਨ ਉਹਨਾਂ ਨੂੰ ਚੰਗੀ ਮੱਤ ਦੇਣੀ ਚਾਹੀਦੀ ਹੈ, ਪਰ ਉਹ ਮੂਰਖ ਹਨ। ਮਨੁੱਖ ਪਾਪਾਂ ਦਾ ਘਰ ਹੋ ਗਏ ਹਨ ਅਤੇ ਕੰਜੂਸ ਵੀ ਹੋ ਗਏ ਨੇ, ਕੁਝ ਦਾਨ ਵੀ ਨਹੀਂ ਕਰਦੇ। ਧਰਮ ਤੋਂ ਉਲਟ ਹੋ ਕੇ ਮੂਰਖ ਅੰਤ ਨੂੰ ਕਸ਼ਟ ਪਾਉਂਦੇ ਹਨ। ਮੇਰੇ ਰਾਜ ਵਿੱਚ ਜਿਹੜੇ ਬਾਹਮਣ, ਪੰਡਤ, ਕਿਸਾਨਾਂ ਨਾਲ, ਵਪਾਰੀਆਂ ਨਾਲ ਵਿਵਹਾਰ ਰੱਖਦੇ ਨੇ, ਉਹਨਾਂ ਦਾ ਮਹਾਨ ਆਦਰ ਹੁੰਦਾ। ਇਸ ਤੋਂ ਉਲਟ ਜਿਹੜੇ ਵੇਦਾਂ ਦੇ ਪਾਠ ਕਰਦੇ ਨੇ, ਤੱਤ ਵਿਚਾਰਦੇ ਨੇ, ਯੱਗ ਕਰਦੇ ਨੇ, ਉਹਨਾਂ ਨੂੰ ਮੂਰਖ, ਫਜ਼ੂਲ ਖਰਚਾ ਸਮਝਿਆ ਜਾਂਦਾ ਹੈ। ਰਾਜੇ ਕਹਿੰਦੇ ਨੇ ਕਿ ਸਾਡੇ ਕੋਲ ਧਨ ਨਹੀਂ ਹੈ, ਖਜ਼ਾਨੇ ਖਾਲੀ ਹੋ ਗਏ ਨੇ, ਤੇ ਪ੍ਰਜਾ ਕਹਿੰਦੀ ਹੈ ਕਿ ਰਾਜੇ ਨੇ ਸਭ ਕੁਝ ਸਾਡੇ ਕੋਲੋਂ ਲੁੱਟ ਲਿਆ, ਸਾਡੇ ਕੋਲੇ ਕੁਝ ਨਹੀਂ ਛੱਡਿਆ। ਸੰਨਿਆਸੀ ਜਿਨ੍ਹਾਂ ਕੋਲੇ ਕੁਝ ਨਹੀਂ ਹੋਣਾ ਚਾਹੀਦਾ ਉਹ ਬਹੁਤ ਧਨ ਇਕੱਠਾ ਕਰਦੇ ਨੇ, ਤੇ ਜਿਹੜੇ ਗ੍ਰਸਤੀ ਲੋਕ ਨੇ ਜਿਨ੍ਹਾਂ ਕੋਲੇ ਧਨ ਹੋਣਾ ਚਾਹੀਦਾ ਉਹਨਾਂ ਪਾਸ ਵਸਤਰ ਤੇ ਭੋਜਨਾਂ ਦੀ ਘਾਟ ਹੈ, ਉਹਨਾਂ ਪਾਸ ਧਨ ਨਹੀਂ ਹੈ। ਹੋਰ ਕਿੱਥੋਂ ਤੱਕ ਗਿਣ ਕੇ ਸੁਣਾਵਾਂ ਤੁਹਾਨੂੰ ਮੈਂ ਗੁਰੂ ਜੀ। ਮੇਰੇ ਸਮੇਂ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਹੈ। ਤਤ, ਤਪ, ਵਰਤ, ਧਰਮ ਅਤੇ ਜੋ ਉਪਾਸਨਾ ਹੈ, ਇਹਨਾਂ ਸਭ ਦਾ ਇੱਕ ਵਾਰ ਵਿੱਚ ਹੀ ਨਾਸ਼ ਕਰ ਸਕਦਾ ਹਾਂ ਮੈਂ। ਪਰ ਹੁਣ ਮੈਨੂੰ ਕਰਤਾਰ ਦੀ ਆਗਿਆ ਹੈ, ਭਾਵ ਤੁਹਾਡੀ ਗੁਰੂ ਜੀ ਆਗਿਆ ਹੈ, ਉਸ ਤਰ੍ਹਾਂ ਹੀ ਹੋਵੇਗਾ ਜਿਸ ਤਰ੍ਹਾਂ ਆਪ ਜੀ ਨੇ ਬਚਨ ਕੀਤੇ ਹਨ। ਮੈਂ ਉਹਨਾਂ ਨੂੰ ਮੰਨਾਂਗਾ। ਮੈਨੂੰ ਪਤਾ ਹੈ ਕਿ ਮੈਂ ਆਪ ਜੀ ਦੀ ਆਗਿਆ ਅਨੁਸਾਰ ਰਹਾਂਗਾ, ਤਦ ਹੀ ਮੇਰੇ ਤੋਂ ਕੁਝ ਭੇਟ ਲਵੋਗੇ। ਸੋਨੇ ਦੇ ਮਹਿਲ, ਮਹਾਨ ਧਨ, ਜਿੰਨਾ ਚਿਰ ਤੁਸੀਂ ਲੈਂਦੇ ਨਹੀਂ ਉਹਨਾਂ ਚਿਰ ਮੈਂ ਪ੍ਰਸੰਨ ਨਹੀਂ ਹੁੰਦਾ ਗੁਰੂ ਜੀ। ਇਹ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਪ੍ਰਸੰਨ ਹੋ ਕੇ ਕਹਿਣ ਲੱਗੇ, ਸਭ ਯੁੱਗਾਂ ਤੋਂ ਵੱਡਾ ਤੇਰਾ ਰਾਜ ਹੋਵੇਗਾ ਕਲਯੁਗ। ਮੇਰੇ ਇਹ ਬਚਨ ਜ਼ਰੂਰ ਪੂਰੇ ਹੋਣਗੇ। ਤੇਰੇ ਸਮੇਂ ਵਿੱਚ ਕਰਤਾਰ ਦੀ ਕੀਰਤੀ ਹੋਵੇਗੀ ਅਤੇ ਉਸ ਦੀ ਮਹਿਮਾ ਅਪਾਰ ਵੱਧ ਜਾਵੇਗੀ। ਗੁਰੂ ਜੀ ਕਹਿੰਦੇ, ਜਿਹੜਾ ਇਨਸਾਨ ਸਤਯੁਗ ਵਿੱਚ 1 ਲੱਖ ਸਾਲ ਉਮਰ ਭੋਗਦਾ ਸੀ, ਉਹ ਮਨੁੱਖ ਤ੍ਰੇਤੇ ਵਿੱਚ 10,000 ਸਾਲ ਤੱਕ ਜਿਉਂਦਾ ਰਿਹਾ। ਦੁਆਪਰ ਵਿੱਚ ਆ ਕੇ 1000 ਸਾਲ ਉਮਰ ਰਹਿ ਗਈ। ਕਲਯੁਗ ਵਿੱਚ ਤਾਂ ਬਹੁਤ ਥੋੜੇ ਸਾਲ ਉਮਰ ਰਹਿ ਗਈ। ਇਸ ਲਈ ਉਹਨਾਂ ਥੋੜੇ ਸਾਲਾਂ ਵਿੱਚ ਵੀ ਮਨੁੱਖ ਸੁੱਖ ਪ੍ਰਾਪਤ ਕਰ ਸਕਦਾ ਹੈ। ਜਿਹੜਾ ਹਰੀ ਨਾਲ, ਵਾਹਿਗੁਰੂ ਨਾਲ ਪ੍ਰੀਤ ਕਰੇਗਾ, ਪ੍ਰੇਮ ਕਰੇਗਾ, ਉਹ ਤੁਰੰਤ ਭਵ ਸਾਗਰ ਨੂੰ ਪਾਰ ਕਰ ਜਾਵੇਗਾ। ਗੁਰੂ ਜੀ ਕਹਿੰਦੇ, ਫਿਰ ਵੀ ਜੇ ਤੂੰ ਕੋਈ ਭੇਟ ਦੇਣਾ ਹੀ ਚਾਹੁੰਦਾ ਹੈ, ਸੋਨੇ ਅਤੇ ਰਤਨ ਜਿਹੜੇ ਮੰਦਰ ਦੇਣੇ ਚਾਹੁੰਦਾ ਹੈ, ਸਾਡੀ ਇੱਕ ਗੱਲ ਯਾਦ ਰੱਖ, ਜਦੋਂ ਅਸੀਂ ਚੌਥੇ ਜਾਮੇ ਵਿੱਚ ਅਵਤਾਰ ਧਾਰਨ ਕਰਾਂਗੇ ਤਾਂ ਤੇਰੇ ਕੋਲੋਂ ਮਾਇਆ ਵੀ ਲੈ ਲਵਾਂਗੇ ਅਤੇ ਮਾਇਆ ਦੇ ਨਾਲ ਨਾਲ ਉਸ ਮੰਦਰ ਨੂੰ ਵੀ ਲੈ ਲਵਾਂਗੇ ਜਿਹੜਾ ਤੂੰ ਸੋਨੇ ਦਾ ਬਣਾਇਆ, ਹੀਰੇ ਮੋਤੀ ਜੜੇ ਹਨ। ਇਹ ਸੁਣ ਕੇ ਕਲਯੁਗ ਦਿਲ ਵਿੱਚ ਬੜਾ ਖੁਸ਼ ਹੋਇਆ, ਬੜੀ ਖੁਸ਼ੀ ਮਨਾਈ ਉਸਨੇ ਅਤੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਬੋਲਿਆ, ਗੁਰੂ ਜੀ, ਮੈਂ ਤੁਹਾਡੀ ਸੰਗਤ ਦੇ ਕਦੇ ਨੇੜੇ ਨਹੀਂ ਜਾਵਾਂਗਾ, ਹੋਰ ਦੰਭੀ, ਦੁਖੀ, ਪਾਪੀ ਜੀਵਾਂ ਨੂੰ ਦੁੱਖ ਦੇਵਾਂਗਾ। ਜਿਹੜੇ ਸਿੱਖ, ਜਿੰਨੇ ਵੀ ਲੋਕ ਤੁਹਾਡੇ ਬਚਨਾਂ ਦੀ ਕਮਾਈ ਕਰਨਗੇ, ਉਹਨਾਂ ਉੱਤੇ ਮੇਰਾ ਕੋਈ ਵਸ ਨਹੀਂ ਚੱਲੇਗਾ। ਇਸ ਤਰ੍ਹਾਂ ਨਾਲ ਭੇਟਾ ਦੇ ਕੇ ਅਤੇ ਗੁਰੂ ਜੀ ਤੋਂ ਵਰ ਪ੍ਰਾਪਤ ਕਰਕੇ ਕਲਯੁਗ ਬੜਾ ਖੁਸ਼ ਹੋਇਆ। ਗੁਰੂ ਜੀ ਦੇ ਚਰਨਾਂ ਤੇ ਸਿਰ ਧਰ ਕੇ ਨਮਸਕਾਰ ਕੀਤਾ ਅਤੇ ਆਗਿਆ ਲੈ ਕੇ ਵਾਪਸ ਚਲਿਆ ਗਿਆ। ਸੋ ਸਾਧ ਸੰਗਤ ਜੀ, ਜਿਹੜੇ ਮਨੁੱਖ ਗੁਰੂ ਜੀ ਦੀ ਬਾਣੀ ਨੂੰ ਪੜ੍ਹਨਗੇ, ਸੁਣਨਗੇ ਅਤੇ ਹਿਰਦੇ ਵਿੱਚ ਸ਼ਰਧਾ ਧਾਰਨ ਕਰਨਗੇ, ਉਹਨਾਂ ਉੱਤੇ ਕਲਯੁਗ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਗੁਰੂ ਬਾਬਾ ਜੀ ਜਿਹੜੇ ਆਏ ਹੀ ਪਰਉਪਕਾਰ ਵਾਸਤੇ ਹਨ, ਲੋਕਾਂ ਦਾ ਉਧਾਰ ਕਰਨ ਵਾਸਤੇ, ਅਗਲੀ ਮੰਜ਼ਿਲ ਵੱਲ ਨੂੰ ਚੱਲ ਪਏ। ਹੋਈਆਂ ਭੁੱਲਾਂ ਚੁੱਕਾਂ, ਗਲਤੀਆਂ ਨੂੰ ਬਖਸ਼ ਲੈਣਾ ਜੀ। ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।